ਜਿਹੜੇ ਨੈਕਸਟ ਸਟੈਪ ਆ ਜਾਏਗਾ ਹੁਣ ਜੇ ਇੱਥੇ ਇਹਨੂੰ ਡਿਫਾਈਨ ਕਰੀਏ ਤੇ ਆ ਟਰਮ ਮੇਰੇ ਕੋਲ ਕੀ ਬਣਨੀ ਹੈ gmb/r r is क्या इन्हीं टर्म ਨੂੰ ਕੀ ਡਿਫਾਈਨ ਕਰਾਂਗੇ ਇਹ ਕੀ ਬਣਦੀ ਪਈ ਟਰਮ ਆਪਣੀ acceleration due to gravity ਇਹ ਐਕਸਲਰੇਸ਼ਨ on earth on earth surface आ रही है ना ਇਹ ਮਤ ਇਹਨੂੰ ਜੇ ਲਿਖਣਾ ਹੋਵੇ ਤਾਂ ਆਪਾਂ ਲਿਖ ਸਕਦੇ 4/9 ਟਾਈਮ ਆਫ ge क्योंकि अपने को जनरल फार्मूला ਆਪਾਂ ਆਹੀ ਲੈ ਰਹੇ बिकॉज g = gm/r²। ਹੁਣ ਆਪ ਉੱਤੇ ਜਿਹੜੀ ਮੇਰੇ ਕੋਲ g ਡੈਸ਼ ਦੀ ਵੈਲਿਊ ਹੈ ਜੇ ਮੈਂ ਇੱਥੇ ਪੁੱਟ ਅਪ ਕਰ ਲਵਾਂ ਪਰ m ਦੀ ਵੈਲਿਊ ਮੈਂ ਇੱਥੋਂ ਕੱਢ ਕੇ ਲੈ ਆਵਾਂ ठीक है तो एक सब्स्टिट्यूट कर दे तो अपना वेट ऑन मून आ जाओ वेट ऑन मार्स आ जाएगा yes sir यानी मुझे कंप्लीट करिए तो अपना आ स्टेप बनना सीगा वेट ऑन मार्स इक्वल टू m इनटू 4/9 टाइम्स द ge यानी 4/9 टाइम्स द mge ते mge की चीज आ मेरी weight on earth ਆ ਜਿਹੜਾ mge ਹੈਗਾ ਇਹਦੀ ਵੈਲਿਊ ਫਿਰ 540 ਇੱਥੇ ਪੁੱਟ ਅਪ ਕਰ ਦਈਏ ਤੇ ਆਪਣੇ ਕੋਲ 4/9 ਟਾਈਮਸ ਦਾ 540 ਯਾਨੀ 96 ਦਾ 54 ਇਹਮਾ ਜਿਹੜੀ ਬੋਡੀ ਦਾ weight ਅਰਥ ਦੀ ਸਰਫੇਸ ਤੇ 540 ਨਿਊਟਨ ਆ ਰਿਹਾ ਕਹਿੰਦਾ ਜੀ ਮਾਰਸ ਦੀ ਸਰਫੇਸ ਤੇ ਉਹਦਾ weight ਜਿਹੜਾ ਹੋਏਗਾ ਮੇਰੇ ਕੋਲ ਉਹ 240 ਨਿਊਟਨ ਲੈ ਜੋ ਕਲੀਅਰ ਆ yes sir क्या ਸਾਰਿਆਂ ਨੂੰ ਕਲੀਅਰ ਆ numerical excuse me yes sir हाँ सर जी रिपीट कर दो एक बार सर एंड ਵਿੱਚੋਂ ਦੱਸਿਓ ਮੇਰਾ ਡੀਲਿੰਕ ਹੋ ਗਿਆ ਸੀ ताकि लास्ट ਅਸੀਂ ਸਿਰਫ ਆ ਦੱਸਿਆ ਕਿ ਜਿਹੜੀ g ਡੈਸ਼ ਦੀ ਵੈਲਿਊ ਆਈ ਉਹ 4/9 ਟਾਈਮ ge ਆ ਗਈ ਹਾਂਜੀ ਹੁਣ ਤੇ ਇਹੀ ਜੇ ਆਪਾਂ ਐਸਐਚ g ਡੈਸ਼ ਦੀ ਥਾਂ ਤੇ ਇੱਥੇ ਵੈਲਿਊ ਸਬਸਟੀਟਿਊਟ ਕਰੀਏ ਤੇ ਆਪਣਾ weight ਦਾ ਫਾਰਮੂਲਾ ਮਾਸ ਤੇ m 4/9 ge ਬਣਿਆ 4/9 ਟਾਈਮ mge ਹੈ ਨਾ ਤੇ mge ਅਸੀਂ ਡਿਫਾਈਨ ਕੀਤਾ weight ਔਨ ਅਰਥ ਸਰਫੇਸ ਤੇ ਅਰਥ ਸਰਫੇਸ ਤੇ weight ਮੈਨੂੰ ਸ਼ੁਰੂ ਚ ਗਿਵਨ ਆ ਯਾਨੀ ਆ ਵੈਲਿਊ ਤੇ ਪੁੱਟ ਅਪ ਕਰ ਦੋ ਤੇ ਤੁਹਾਡੇ ਕੋਲ ਮਾਸ ਤੇ ਸਰਫੇਸ ਤੇ weight ਆ ਜਾਏਗਾ क्लियर है यस सर yes चलो नेक्स्ट देखो उस तो बाद अपना 11th हैगा a planet whose size is the same and mass 4 times as that of the earth यानी अपनी कंडीशन की है दो उन्हें वेरिएबल दस देते कहना जी उस प्लैनेट ਦਾ ਸਾਈਜ਼ ਜਿਹੜਾ ਅਰਥ ਵਾਲਾ ਹੀ ਆ ਇਵਨ ਜਿਹੜਾ ਪਲੈਨਟ ਦਾ ਸਾਈਜ਼ ਹੋਏਗਾ ਸਾਈਜ਼ ਮੀਨ ਜਿਹੜਾ ਰੇਡੀਅਸ ਹੋਏਗਾ वो सेम एज अर्थ होएगा यानी आरपी ते आरई सेम ले लो और मास की कंडीशन उन्हें कही है कि भी मास 4 टाइम दैट ऑफ द अर्थ यानी उस प्लैनेट का मास जेड़ा वा ये 4 टाइम्स द मास ऑफ अर्थ होएगा क्या दोनों कंडीशन क्लियर yes उन्होंने क्वेश्चन जब ने किया वा कहना जी देन फाइंड द अमाउंट ऑफ एनर्जी नीडेड to lift a 2 kilogram mass vertically upward through 2 meter distance on that planet तो जे कंडीशन ए बनावा कि आ चौक मेरे को एसएच एक गिवन है ठीक है या एक मेरे को बॉक्स गिवन है जेदा मास मेरे को क्वेश्चन चा 2 किलोग्राम आ 2 किलोग्राम दी बॉडी नो मैं 2 मीटर ऊपर झुकना वा ठीक है ते कितना वर्क करांगा जी केड़ा फार्मूला लगाऊंगा वर्क दा potential energy बिल्कुल पोटेंशियल एनर्जी ਜਿਹੜੀ ਬੋਡੀ ਤੁਸੀਂ ਲਿਫਟ ਕਰਦੇ ਪਏ ਹਾਈਟ ਦਿੰਨੇ ਪਏ ਗ੍ਰੈਵਿਟੀ ਦੇ ਅਗੇਂਸਟ ਉਹ ਚ ਤੁਹਾਡਾ ਵਰਕ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਬਣ ਕੇ ਸਟੋਰ ਹੁੰਦਾ ਕੀ ਪਤਾ ਸਾਰਿਆਂ ਨੂੰ yes sir ਜੇ ਮੈਂ ਬੋਡੀ ਨੂੰ ਮੈਂ ਬਾਕੀ ਸਾਰਿਆਂ ਨੂੰ ਦੱਸ ਰਿਹਾ ਰਿਸਪੌਂਸ ਨਹੀਂ ਆਇਆ ਜੇ ਮੈਂ ਪੁੱਤ ਆ ਚੌਕ ਨੂੰ ਇਤੋਂ ਇਦਾਂ ਕਰਕੇ ਥਰੋ ਕਰਾਂ ਤੇ ਮੈਂ ਜਿੰਨਾ ਵਰਕ ਕਰਾਂਗਾ ਆਪਣੀ ਮਸਕੂਲਰ એનર્ਜੀ ਨਾਲ ਉਹ ਇਹ ਚ ਕਿਨੈਟਿਕ એનર્ਜੀ ਬਣੂ ਤੇ ਜੇ ਮੈਂ ਆਪਣੇ ਮਸਕੂਲਰ એનર્ਜੀ ਨੂੰ ਯੂਜ਼ ਕਰਕੇ ਇਹਨੂੰ ਲਿਫਟ ਕਰਾਂ ਤੇ ਮੇਰੀ ਇਸ ਮੂਵਮੈਂਟ ਤੇ ਮਸਕੂਲਰ એનર્ਜੀ ਜਿਹੜੀ ਕੰਜ਼ਿਊਮ ਹੋਈ ਆ ਉਹ ਇਸ ਚੌਕ ਦੇ ਅੰਦਰ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਬਣ ਕੇ ਸਟੋਰ ਹੋਣੀ ਆ ਕੀ ਆਗਤ ਸਮਝ ਲੱਗਦੀ ਪਈ यस सर और ग्रेविटेशन पोटेंशियल एनर्जी ਦਾ ਫਾਰਮੂਲਾ ਸਾਨੂੰ ਪਤਾ mgh ਹੈਗਾ ਉਹਨੇ ਕੁਐਸਚਨ ਜੇ कहता ਕਿ ਤੁਸੀਂ ਇੱਕ ਬਾਡੀ ਲਿਫਟ ਕਰਦੇ ਪਏ ਹੋ 2 ਕਿਲੋਗ੍ਰਾਮ ਦੀ ਔਰ 2 ਮੀਟਰ ਦੀ ਹਾਈਟ ਤੇ ਲਿਫਟ ਕਰਨਾ ਜੇ ਅਰਥ ਤੇ ਕਰਦੇ ਤੇ ਵਰਕ ਦਾ ਫਾਰਮੂਲਾ ਆਪਾਂ ਇਦਾਂ ਲਿਖ ਦਿੰਦੇ we know that ਠੀਕ ਹੈ ਵਰਕ ਇਕੁਅਲ ਟੂ mgh ਠੀਕ ਹੈ ਹੁਣ ਫਰਕ ਸਿਰਫ ਇਹ ਹੋਏਗਾ ਕਿ ਜੇ ਇਹ ਵਰਕ ਉਸ ਪਲੈਨਟ ਤੇ ਲਿਖਿਆ ਜਾ ਰਿਹਾ ਤੇ ਉਸ ਪਲੈਨਟ ਤੇ g ਦੀ ਵੈਲਿਊ ਚਾਹੀਦੀ ਹੈ ਮੈਨੂੰ ਵੀ ਤੇ g ਦੀ ਵੈਲਿਊ ਤੁਸੀਂ ਇਹਨਾਂ ਵੇਰੀਏਬਲ ਦੇ ਫਾਰਮ ਚ ਬਣਾ ਕੇ ਦੇਣੀ ਹੈ ਬਸ ਇਹ ਮੈਂ ਜੇ ਇਹਨੂੰ ਲਿਖ ਲਵਾਂ ਤੇ ਆ ਜਾਏਗਾ m h और g ऑन प्लैनेट ਆਪਾਂ ਜੇ ਰਿਲੇਟ ਕਰੀਏ ਤੇ ਆ ਫਾਰਮੂਲਾ ਸੀ ਆਪਣਾ gm/r²
यानी इथे जीपी ਦੀ ਥਾਂ ਤੇ gm/r² उस प्लैनेट वास्ते लिख रहे हो। क्या आ स्टेप क्लियर है? Yes, sir. ਤੇ mp ਤੇ rp ਦੀ ਵੈਲਿਊ ਸਾਨੂੰ re ਤੇ me ਦੀ ਫਾਰਮ ਚ ਹੈਗੀ ਆ। देयरफॉर वेट ऑन प्लैनेट करिए ਤੇ ਆਪਣਾ ਫਾਰਮੂਲਾ ਆ ਗਿਆ mh g mp ਦੀ ਥਾਂ ਦੇ ਉੱਤੇ 4 टाइम ऑफ me आ जाएगा और rp ਦੀ ਥਾਂ ਦੇ ਉੱਤੇ re²। ਤੇ ਜੇ ਇਹਨੂੰ ਪੜ੍ਹ ਲਓ ਤੇ ਆਪਣੀ ਟਰਮ ਬਣ ਗਈ 4 ਟਾਈਮਸ ਦਾ gme r² into m into h। ਤੇ ਆ ਮੇਰੀ ਇੰਨੀ ਚੀਜ਼ ਨੂੰ ਸਰਕਲ ਕਰਦਾ ਪਿਆ, ਇਹ ਕੀ ਚੀਜ਼ ਦਾ? acceleration due to gravity on acceleration due to gravity on earth surface। ਇਹਦਾ ਮਤਲਬ ਜੇ ਇਹਨੂੰ ਲਿਖ ਲਈਏ ਤੇ ਵੀ ਕਹਿੰਦਾ ਇੱਕ ਪਲੈਨਟ ਤੇ ਵਰਕ ਦਾ ਫਾਰਮੂਲਾ ਕੀ ਆ ਗਿਆ ਜੀ 4 g m h। ਤੇ ਆ ਫਾਰਮੂਲੇ ਦੇ ਅਕੋਰਡਿੰਗਲੀ ਤੁਸੀਂ ਉੱਥੇ ਵਰਕ ਕਰ ਸਕਦੇ ਹੋ। g ਦੀ ਵੈਲਿਊ ਆਪਾਂ ਨੂੰ ਨੋਨ ਆ, ਅਰਥ ਦੀ ਸਰਫੇਸ ਤੇ m ਤੇ h ਕੁਐਸਚਨ 'ਚ ਗਿਵਨ ਆ, ਵੈਲਿਊ ਪੁੱਟ ਅਪ ਕਰ ਦਿਓ, ਤੁਹਾਡਾ ਪਲੈਨਟ ਤੇ ਉਸ ਬਾਡੀ ਨੂੰ ਲਿਫਟ ਕਰਨ ਦਾ ਵਰਕ ਜਿਹੜਾ ਵਾ ਉਹ ਕੈਲਕੂਲੇਟ ਹੋ ਜਾਏਗਾ। क्या आ क्लियर है न्यूमेरिकल? Yes, sir. ਇਹ 'ਚ ਕੋਈ डाउट है तो एक बार बोल दो जल्दी जल्दी। नहीं जी, करिए कंटिन्यू। yes क्लियर है? yes शिवम नहीं क्या, हर्षल क्या, मैं हाँ जी। हर्षल आवाज नहीं आई। हाँ जी। अच्छा जी, चलो फिर नेक्स्ट पढ़ो जी जल्दी जल्दी। 12th हैगा। If radius of earth shrink by 2%, if radius of earth shrink by 2%, mass remaining same, then how would the value of acceleration due to gravity change? खुद अपने क्वेश्चन च की गिवन है ਤੁਸੀਂ ਦੱਸੋਗੇ ਪਹਿਲਾਂ ਮੈਨੂੰ। ਬਣ ਗਿਆ ਜੀ ਜੇ ਰੇਡੀਅਸ ਆਫ ਅਰਥ 2% ਸ਼੍ਰਿੰਕ ਕਰ ਗਿਆ ਕਿੱਦਾਂ ਲਿਖਾਂ ਇਸ ਲਾਈਨ ਨੂੰ? ਜੇ ਰੇਡੀਅਸ ਆਫ ਅਰਥ 2% ਸ਼੍ਰਿੰਕ ਕੀਤਾ ਆਪਾਂ ਇਹਨੂੰ ਲਿਖੀਏ ਕਿੱਦਾਂ ਲਾਈਨ ਨੂੰ? R minus 2% of R. r minus 2% of R. r minus 2% of r। ਇਹ ਤਾਂ ਮੇਰੀ ਚੇਂਜ ਇਨ ਰੇਡੀਅਸ ਆਇਆ। ਮੈਨੂੰ ਪਰਸੈਂਟੇਜ ਚ ਗਿਵਨ ਆ, ਜੇ ਧਿਆਨ ਦਿਓ ਤੇ ਮੈਨੂੰ ਰੇਡੀਅਸ ਦੀ ਸ਼੍ਰਿੰਕੇਜ ਜਿਹੜੀ ਉਹ ਪਰਸੈਂਟੇਜ ਚ ਗਿਵਨ ਆ ਬੇਟਾ। ਕੀ ਮਿਸ ਕਰਦੇ ਪਏ ਸੋਚੋ। ਜੇ ਆ ਲਿਖ ਕੇ ਦਵਾਂ ਤਾਂ ਸ਼ਾਇਦ ਦਿਮਾਗ ਚ ਆਵੇ ਪਰਸੈਂਟੇਜ ਚੇਂਜ ਇਨ ਰੇਡੀਅਸ ਗਿਵਨ ਆ। रेडियस दी परसेंटेज चेंज गिवन है 2%। ते बेसिकली ये की लिखा जे मैं वेरिएबल वाइज की लिखा की गिवन है मेनू? नहीं बोलेगा कोई? खुद किसी भी चीज दी परसेंटेज चेंज कितना लिखी दिया? delta r by r into 100%। यानी चेंज इन वैल्यू ओवर ओरिजिनल वैल्यू इनटू 100%। क्या आ गल समझ लग रही सारिਆਂ ਨੂੰ? yes ਆਪਾਂ ਕਿਸੇ ਵੀ ਚੀਜ਼ ਦੀ ਪਰਸੈਂਟੇਜ ਚੇਂਜ ਜਦੋਂ ਲਿਖਦੇ ਆ ਤੇ ਉਹ ਮੇਰੇ ਕੋਲ ਕੀ ਚੀਜ਼ ਹੁੰਦੀ ਆ? ਚੇਂਜ ਇਨ ਵੈਲਿਊ ਓਵਰ ओरिजिनल ਵੈਲਿਊ ਇਨਟੂ 100%। ਇਸ ਵੇਲੇ ਲਿਖਾਂ ਤੇ ਮੇਰੇ ਕੋਲ ਜਿਹੜਾ ओरिजिनल ਰੇਡੀਅਸ r ਮਾਈਨਸ ਨਿਊ ਰੇਡੀਅਸ r ਡੈਸ਼ ਓਵਰ ओरिजिनल ਰੇਡੀਅਸ r ਇਨਟੂ 100%। ਇਹਦਾ ਮਤਲਬ ਜੇ ਆ ਚੀਜ਼ ਨੂੰ ਆਪਾਂ ਇਹਦਾ ਲਿਖ ਦਈਏ br/r ਇਨਟੂ 100%। क्या आ सही है इस चीज को लिखने का मेथड? ER मेरा की बनया चेंज इन रेडियस ओवर की आ गया ओरिजिनल रेडियस इनटू 100%। ये चेंज इन वैल्यू ओवर ओरिजिनल वैल्यू इनटू 100% आ गया। इन्हों से परसेंटेज चेंज इन R बोलांगे। yes sir sir मैंने क्या जी 2% ਜਿਹੜੀ ਆ R ਚ ਚੇਂਜ ਆਈ ਆ ਤੇ ਦੱਸੋ G ਚ ਕਿੰਨੇ % ਚੇਂਜ ਹੈ? ਇਹਦਾ ਮਤਲਬ ਜੋ ਨੇ ਕੁਐਸਚਨ ਚ ਪੁੱਛਿਆ ਕੈਲਕੂਲੇਟ ਕਰਨ ਲਈ ਉਹ dg/g 100% ਹੋ ਜੂ। क्या आगल समझ लगी? Yes, sir. आ चीज फाइंड आउट करनी है गिवन है और मास ਲਈ ਉਹਨੇ ਇਹ ਕਹਿਤਾ ਮਾਸ ਅਨਚੇंज ਆ।
ਤੇ ਪੁੱਤ ਆਪਣਾ ਹੁਣ ਜਿਹੜੇ ਵੇਰੀਏਬਲ ਲਿੰਕ ਹੋਣੇ ਆ ਉਹ ਕਿਹੜਾ ਕਿਹੜਾ ਲਿੰਕ ਕਰਨਾ ਆਪਾਂ ਵੇਰੀਏਬਲ ਆਪਸ ਔਰ ਕਿਹੜੇ ਫਾਰਮੂਲੇ ਦੇ ਥਰੂ ਕਰੀਏ? ਆਪਸ ਇਹਨਾਂ ਦਾ ਲਿੰਕ ਬਣਾਣਾ ਕਿਹੜੇ ਫਾਰਮੂਲੇ ਦੇ ਥਰੂ ਬਣਾਈਏ ਜਿਸ ਚ Equals to r ਤੇ m ਆਵੇ? G is equal to G is capital equals G to M upon R Gm by square. R. बिल्कुल अपने को क्या आ जाएगा जी v know that g equal to gm by r square। ਹੁਣ ਸਿਰਫ ਇੱਕ ਚੀਜ਼ ਧਿਆਨ ਨਾਲ ਸਮਝ ਲਓ, ਕੁਐਸਚਨ ਨਾਲ ਹੀ ਖਤਮ ਆ। g ਦੇ ਅੰਦਰ ਚੇਂਜ ਕਿਤੇ ਕਿਤੇ ਕਰਕੇ ਆਣੀ ਸੀ, g ਕਰਕੇ ਕਾਂਸਟੈਂਟ ਆ, m ਕਰਕੇ ਕਾਂਸਟੈਂਟ ਉਹਨੇ ਕਹਿਤਾ, ਇਹ ਮਤਲਬ g ਤੇ r ਨਾਲ ਹੀ ਚੇਂਜ ਹੋ ਰਿਹਾ ਨਾ। ਤੇ ਜੇ ਮੈਂ g ਦੀ ਪਰਸੈਂਟੇਜ ਚੇਂਜ ਲਿਖਣੀ ਆ ਤੇ ਇਹਦੇ ਅੰਦਰ ਪਰਸੈਂਟੇਜ ਚੇਂਜ ਲਈ ਰਿਸਪੌਂਸਿਬਲ ਪਰਸੈਂਟੇਜ ਚੇਂਜ r ਦੀ ਹੋ। Yes. ਇਹਦਾ ਮਤਲਬ ਮੈਂ ਪਤਾ ਤੁਹਾਨੂੰ ਇੱਕ ਚੀਜ਼ ਦਿਮਾਗ ਚ ਲਾਇਓ, ਠੀਕ ਹੈ, ਥੋੜਾ ਸੌਖੇ ਹੋ ਜਾਓਗੇ। ਆਪਾਂ ਐਰਰ ਵਾਲੇ ਕੇਸ ਚ ਨੂਮੈਰੀਕਲ ਕੀਤਾ ਸੀ ਪਰਸੈਂਟੇਜ ਚੇਂਜ ਵਾਲੇ। ਡਿਟੋ ਵਰਡ ਚ ਹੁਣ ਵੀ ਜੇ ਮੈਨੂੰ ਲਿਖਾਂ ਨਾ ਆ ਚੀਜ਼ ਨੂੰ ਲਿਖਣ ਦਾ ਪ੍ਰੋਪਰ ਮੈਥਡ ਹੋਏਗਾ ਕਿ ਤੁਸੀਂ ਇਹਨੂੰ ਇਦਾਂ ਲਿਖੋਗੇ dg/g 100%। ਇਹਦੀ ਪਰਸੈਂਟੇਜ ਚੇਂਜ ਲਿਖ ਦਿਓ, g ਦੀ ਪਰਸੈਂਟੇਜ ਚੇਂਜ ਲਿਖੋ, ਪਰ g ਚ ਚੇਂਜ ਹੀ ਨਹੀਂ ਆ ਰਹੀ, ਇਸ ਲਈ g ਦੀ ਪਰਸੈਂਟੇਜ ਚੇਂਜ 0 ਹੋਏਗੀ। ਮਾਸ ਉਹਨੇ ਕੁਐਸਚਨ ਚ ਕਹਿਤਾ ਚੇਂਜ ਨਹੀਂ ਹੋਇਆ, ਤੇ ਜੇ ਮਾਸ ਚੇਂਜ ਨਹੀਂ ਹੋਇਆ ਤਾਂ ਉਹਦੀ ਪਰਸੈਂਟੇਜ ਚੇਂਜ 0 ਹੋਏਗੀ। ਚੇਂਜ ਆਈ r ਦੀ, ਤੇ r ਦੀ ਚੇਂਜ ਨੂੰ ਅਸੀਂ ਲਿਖ ਦਾਂਗੇ dr/r 100%। ਆ ਕਲੀਅਰ ਆ? ਔਰ ਜਿੰਨੀ ਪਾਵਰ ਹੁੰਦੀ ਆ ਉਹ ਅਸੀਂ ਮਲਟੀਪਲਾਈ ਕਰੀਦੀ ਆ, ਤੇ ਮਤਲਬ ਇਨਟੂ ਇਹਦੇ ਅੱਗੇ ਵੀ ਆ ਜਾਓ 2। ਠੀਕ ਹੈ, ਇਹਦਾ ਮਤਲਬ ਆ ਦੋਨਾਂ ਦੀ ਚੇਂਜ 0 ਆ, ਤੇ ਆ ਕੁਐਸਚਨ ਚ ਉਹਨੇ ਦੱਸ ਦਿੱਤੀ ਸਾਡੇ ਕੋਲ 2% ਆ। श्रिंक क्या वा? श्रिंक का मतलब आप ये कह सकते हो माइनस गिवन है, रिड्यूस हुई है वैल्यू, इसलिए जे नु लिखना होवे तो इदा लिख दांगा dg/g into 100% it should be equal to, ठीक है जी, 2 times the dr/r into 100%। तो dr/r into 100% की वैल्यू 2 गिवन, इसलिए 2 into 2% यानी टोटल g दे अंदर परसेंटेज चेंज जी मेरी वो 4% आई है। क्या क्लियर है? Yes, sir. Yes, sir. स्टेप समझ लगे सारे न्यूमेरिकल दे? Yes, sir. चल नेक्स्ट पढ़ो जल्दी जल्दी। इस तो बाद उन्हें अपन 13 च देखो की डिफाइन किया, एट व्हाट हाइट फ्रॉम द अर्थ सरफेस द वैल्यू ऑफ g becomes 40% फ्रॉम द वैल्यू एट द सरफेस ऑफ अर्थ। बच्चे ध्यान ਨਾਲ स्टेटमेंट समझो, मैं एक बार दोबारा बोल रहा, अर्थ दी सरफेस तो मैं कितनी हाइट ते जावां कि g दी वैल्यू ਜਿਹੜੀ ਆ 40% ਰਹਿ ਜਾਵੇ। 40% रिड्यूस नहीं होने किया कि 40% रिड्यूस कर गई, रिड्यूस टू, रिड्यूस बाय, इना वर्ड ਨੂੰ ਧਿਆਨ ਰੱਖ ਕੇ ਚੱਲੋਗੇ। ਉਹਨੇ ਕਿਹਾ ਜੀ द वैल्यू ऑफ g become 40% फ्रॉम द वैल्यू एट द अर्थ सरफेस। ਜਿੰਨੀ g ਦੀ ਵੈਲਿਊ ਅਰਥ ਦੀ ਸਰਫੇਸ ਤੇ ਆ ਉਹਦੇ ਨਾਲੋਂ ਉਸ ਹਾਈਟ ਤੇ ਜਾ ਕੇ g ਦੀ ਵੈਲਿਊ 40% ਰਹਿ ਗਈ। क्या वो पॉइंट अर्थ दे नियर बाय होएगा कि वावा हाइट पे होगा? Nearby. हाँ जी, जे अर्थ दी सरफेस ते वैल्यू समीक्षा तेरे क्वेश्चन आंसर सर हाइट ते हाँ जी हाइट ते हाइट ते हो। मैं गल क्यों कीती आ, आप हाइट वाले केस च दो फार्मूले बनाए आ बेटा g डैश दे, एक सीगा g डैश इक्वल टू g r स्क्वायर ओवर r प्लस h वाला ते एक 1 - 2h by r। ਅਸੀਂ ਕਿਹਾ ਸੀ ਹਾਈਟ ਵਾਲੇ ਕੇਸ 'ਚ ਕਦੋਂ ਕਿਹੜਾ ਲਾਣਾ, ਇਸ ਚੀਜ਼ ਦਾ ਧਿਆਨ ਰੱਖਾਂਗੇ ਕਿ g ਤੇ ਇਫੈਕਟ ਕੀ ਆ ਜਾਂ h ਕਿੰਨਾ ਗਿਵਨ ਆ। ਪੁੱਤ ਆਪਾਂ ਜੇ ਇਹ ਲਈਏ ਕਿ ਅਰਥ ਦੀ ਸਰਫੇਸ ਤੇ g ਦੀ ਵੈਲਿਊ 10 ਵਾ, 40% ਘਟ ਗਈ, 40% ਰਹਿ ਗਈ, 60% ਘਟ ਗਈ, ਤੇ ਇਹਦਾ ਮਤਲਬ ਹੋਏਗਾ ਕਿ ਜੇ g ਦੀ ਵੈਲਿਊ 40% ਰਹਿ ਗਈ, 10 ਦਾ 40% 4 ਆ, ਇਹਦਾ ਮਨ 9.8 ਦੀ ਥਾਂ ਤੇ 10 ਦੀ ਥਾਂ ਤੇ ਜਿਹੜੀ g ਦੀ ਵੈਲਿਊ ਆ ਹਨਾ ਉਹ 1/6 ਪੋਰਸ਼ਨ ਘਟ ਚੁੱਕਾ, 1/4 ਰਹਿ ਗਿਆ। ਤੇ ਜੇ 1/4 g ਦੀ ਵੈਲਿਊ ਰਹਿ ਗਈ ਇਹਦਾ ਮਤਲਬ 10 ਦੀ ਥਾਂ ਤੇ 4 ਰਹਿ ਗਈ। ਕਿਆ ਇਹ ਪੁਆਇੰਟ ਅਰਥ ਦੇ ਕੋਲ ਹੋਊ? ਮੂਨ ਤੇ ਚਲ ਜੀਏ, ਮੂਨ ਦੇ ਉੱਤੇ ਚਲ ਜੀਏ ਤੇ g ਦੀ ਵੈਲਿਊ 1/6 ਰਹਿੰਦੀ ਆ, ਤੇ 1/4 ਕਿਆ ਅਰਥ ਦੇ ਨੀਅਰ ਬਾਈ ਹੋਏਗਾ? No, No, sir. sir. ਨਹੀਂ, ਇਟ ਮੀਨ No, ਦੈਟਸ sir. ਵੈਰੀ ਮਚ ਹਾਇਰ ਹਾਈਟ। ਇਸ ਨੂਮੈਰੀਕਲ ਚ ਜਦੋਂ ਗਲਤੀ ਹੋਣੀ ਇਸੇ ਚੀਜ਼ ਨਾਲ ਹੋਣੀ ਆ, ਇਸ ਲਈ ਧਿਆਨ ਰੱਖੋਗੇ g ਦੀ ਵੈਲਿਊ 40% ਰਹਿ ਗਈ। ਠੀਕ ਹੈ, ਇਹਦਾ ਮਤਲਬ ਆ ਕਿ ਵੀ ਮੇਰੇ ਕੋਲ ਜਿਹੜਾ g ਡੈਸ਼ ਗਿਵਨ ਆ, ਜਿਹੜਾ ਆਪਣੇ ਕੁਐਸਚਨ ਚ g ਡੈਸ਼ ਗਿਵਨ ਆ, ਠੀਕ ਹੈ, ਉਹਨੇ ਆ ਕਿਹਾ ਵਾ ਕਿ ਵੀ ਇਹ 40% ਆਫ g ਆ। ਕਿ ਆ ਗੱਲ ਸਮਝ ਲੱਗੀ? Yes, sir.
ਹੁਣ ਫਾਰਮੂਲੇ ਵਾਈਜ਼ ਚੱਲੀਏ, ਆਪਾਂ ਹਾਈਟ ਦੀ ਗੱਲ ਕਰਨੀ ਤੇ ਆਪਾਂ ਆ ਫਾਰਮੂਲਾ ਲੈ ਲਾਂਗੇ g ਡੈਸ਼ ਇਕੁਅਲ ਟੂ g r ਸਕੁਅਰ ਓਵਰ r ਪਲੱਸ h ਸਕੁਅਰ। ਠੀਕ ਹੈ ਜੀ, ਇਸ ਫਾਰਮੂਲੇ ਦੇ ਅਕੋਰਡਿੰਗਲੀ ਆਪਣਾ g ਡੈਸ਼ ਬਾਈ g ਦਾ ਫਾਰਮੂਲਾ ਲਿਖ ਦੋ। ਇਥੋਂ ਪੜਾਂ ਤੈਨੂੰ ਮੈਂ ਇਦਾਂ ਪੜਾਂਗਾ 40/100 ਆਫ g। ठीक है, तो इसमें g डैश ओवर g की वैल्यू 40/100 बनेगी। क्या गल समझ आ रही बेटा? इन्हों जे सॉल्व कर लो, Yes, sir. आ अपनी वैल्यू 0.4 ऑफ g आ गई। इतो g Yes, sir. की वैल्यू अपनी 0.4 आ। ਆਪਾਂ ਇੱਥੇ ਵੀ ਉਹੀ ਕੰਡੀਸ਼ਨ ਲਿਖ ਰਹੇ ਹਾਂ g ਡੈਸ਼ ਬਾਈ g ਇਹ ਆ ਜਾਏਗਾ r ਸਕੁਅਰ ਓਵਰ r ਪਲੱਸ h ਸਕੁਅਰ। देयरफॉर ਇਹਨੂੰ ਸੋਲਵ ਕਰ ਲਓ 0.4 ਇਕੁਅਲ ਟੂ 0.4 g dash by g ਨੂੰ ਕਿੰਨਾ ਪਿਆ ਇਕੁਅਲ ਟੂ r ਸਕੁਅਰ ਓਵਰ r ਪਲੱਸ h ਦਾ ਸਕੁਅਰ। ਠੀਕ ਹੈ, ਇਹਨੂੰ ਸੋਲਵ ਕਰੀਏ ਤੇ r ਪਲੱਸ h ਸਕੁਅਰ ਇਨਟੂ 0.4 ਇਕੁਅਲ ਟੂ r ਸਕੁਅਰ। ਇਹਨੂੰ ਸੋਲਵ ਕਰ ਦਿਓ ਤੇ ਸੋਲਵ ਕਰਕੇ h ਦੀ ਵੈਲਿਊ ਇਨ ਟਰਮ ਆਫ r ਬਣ ਜਾਣੀ ਹੈ। ਕਿਆ ਸਮਝ ਲੱਗਿਆ? Yes, sir. Yes, sir. Sir, एंडुलर स्टेप द्वारा रिपीट करिए नेटवर्क। ताकि ਆਪਾਂ ਇਹ ਕਿਹਾ ਕਿ ਵੀ ਆਪਾਂ g ਡੈਸ਼ ਦੀ ਵੈਲਿਊ ਕੱਢ ਲਈ 40% ਰਹਿ ਗਈ ਤੇ 40% ਮੇਰੇ ਕੋਲ ਹਾਇਰ ਹਾਈਟ ਤੇ ਜਾ ਕੇ ਹੋਏਗੀ, ਇਸ ਲਈ g ਡੈਸ਼ ਦਾ ਫਾਰਮੂਲਾ ਹਾਇਰ ਹਾਈਟ ਵਾਲਾ ਆਪਾਂ ਲਗਾ ਲਿਆ ਜਦੋਂ h r ਤੇ ਕੰਪੇਅਰੇਬਲ। ਇਹ ਚ ਕੁਐਸਚਨ ਜੋ ਨੇ g ਡੈਸ਼ ਬਾਈ g ਦੀ ਵੈਲਿਊ ਸਾਡੇ ਕੋਲ 0.4 ਦੱਸੀ ਆ, 40% ਦਾ ਮਤਲਬ 0.4 ਆ ਗਈ, ਇਸ ਲਈ g ਡੈਸ਼ ਬਾਈ g ਦੀ ਵੈਲਿਊ ਪੁੱਟ ਅਪ ਕਰਕੇ ਠੀਕ ਹੈ ਜੀ ਇਹਨੂੰ ਸੋਲਵ ਕਰ ਲਓ ਤੇ h ਦੀ ਵੈਲਿਊ r ਦੀ ਫਾਰਮ ਚ ਆ ਜਾਣੀ ਹੈ। ਹੋ ਜੋ और रेडियस अपर सानू पता 6400 किलोमीटर आ, ਉਹਦੇ ਬੇਸ ਦੇ ਉੱਤੇ h ਕੈਲਕੂਲੇਟ ਕਰ ਦਾਂਗੇ, ਹੋ ਜਾਏਗਾ। Yes, sir. ਓਏ ਹੈਗੇ ਹੋ? हाँ जी sir. Yes, Yes, sir. sir. ਚਲੋ 15 Yes, sir. ਪੜੋ ਇੱਕ ਵਾਰੀ। 15 find the percentage decrease in weight of the body when taken to a height of 16 kilometer above the earth surface। ਕੀ ਕਿਹਾ ਬੇਟਾ ਉਹਨੇ ਕੁਐਸਚਨ ਇੱਕ ਵਾਰੀ ਸਟੇਟਮੈਂਟ ਪੜ੍ਹ ਕੇ ਮੈਨੂੰ ਤੁਸੀਂ ਐਕਸਪਲੇਨ ਕਰੋ ਕੀ ਕਿ ਉਹਨੇ ਆਪਾਂ ਨੂੰ ਦੱਸਿਆ ਔਰ ਕੀ ਕੈਲਕੂਲੇਟ ਕਰੀਏ। ਬਿਲਕੁਲ ਸੌਖਾ ਜਿਹਾ ਕੁਐਸਚਨ ਆ ਸਰ ਪਰਸੈਂਟੇਜ ਡਿਕਰੀਜ਼ ਦੱਸਣਾ ਵਾ ਉੱਤੇ। ਪਰਸੈਂਟੇਜ ਡਿਕਰੀਜ਼ ਦੱਸਣਾ ਆਪਾਂ ਨਾ, ਤੇ ਕਿੱਦਾਂ ਕਰਾਂਗੇ ਬੇਟਾ ਕੁਐਸਚਨ ਚ? ਉਹਨੇ ਕਿਹਾ find the percentage decrease in weight of the body when body taken to a height of 16 kilometer above the earth surface। ਕੀ ਕਰੀਏ, ਕਿਹੜਾ ਫਾਰਮੂਲਾ ਸੋਚੀਏ? Sir, G dash ਦਾ ਬੋਲੋ ਕਿਹੜਾ ਫਾਰਮੂਲਾ ਬੋਲੋ ਨਾ। ਨਹੀਂ ਸੌਖਾ ਵਾ, ਦਿਮਾਗ ਲਾਓ। ਆ ਮੈਂ ਉੱਪਰ ਕਰਨ ਲੱਗਿਆ, ਦੇਖੋ ਜ਼ਰਾ ਉੱਪਰ ਕੋਈ ਫਾਰਮੂਲਾ ਲਿਖਿਆ ਆਪਾਂ ਜਿਹੜਾ ਯੂਜ਼ ਹੋ ਪਾਵੇ? ਸਰ GM/R ਸਕੁਅਰ ਵਾਲਾ GM/R ਸਕੁਅਰ ਵਾਲਾ ਲਗਾ ਕੇ ਕੀ ਲੱਭਾਂਗੇ? ਸਰ ਉਹ ਰੇਡੀਅਸ ਹਾਂ ਰੇਡੀਅਸ ਤੋਂ ਮੈਨੂੰ ਪੁੱਛਿਆ ਹੀ ਨਹੀਂ ਬੇਟਾ। ਇਹੀ ਤਾਂ ਚੀਜ਼ ਆ, ਮੁੜ ਕੇ ਜਾ ਕੇ ਆਪਾਂ ਕੋ ਨੂਮੈਰੀਕਲ ਸਮਝ ਵੀ ਲਏ, ਜੇ ਆਪਾਂ ਨੂੰ ਫਾਰਮੂਲੇ ਦੇ ਵਿੱਚ ਹੀ ਪ੍ਰੋਬਲਮ ਰਹਿ ਗਈ ਆਪਾਂ ਲਗਾਣਾ ਕਿਹੜਾ, ਫਿਰ ਔਖੇ ਹੋਵਾਂਗੇ। ਫਿਰ ਸਟੇਟਮੈਂਟ ਪੜ੍ਹੀ ਆਪਾਂ ਨੂੰ ਫਾਰਮੂਲਾ ਹੀ ਨਹੀਂ ਯਾਦ ਹੋਊਗਾ, ਲਗਾਣਾ ਕਿਹੜਾ, ਫਿਰ ਤਾਂ ਔਖੇ ਹੋਵਾਂਗੇ ਬੇਟਾ। ਉੱਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ, ਮੈਂ ਫਿਰ ਉਹਨੂੰ ਰਿਪੀਟ ਕਰਨ ਲੱਗਿਆ। ਇਹ ਪਹਿਲੀ ਗੱਲ ਤਾਂ ਇਹ ਦੇਖੋ ਕਿ ਹਾਈਟ ਆ ਡੈਪਥ ਆ, ਕਿਹੜਾ ਕੇਸ ਬਣਿਆ ਵਾ? ਇਹ ਕਿਹੜਾ ਕੇਸ? हाइट वाला। ਹਾਈਟ ਦਾ। ਹਾਈਟ ਹਾਈਟ ਦੇ ਆਪਣੇ ਕੋਲ ਕਿੰਨੇ ਫਾਰਮੂਲੇ ਆ ਸੋਚੋ। Sir, ਇੱਥੇ ਉਹ ਲੱਗੂਗਾ G dash is equals to G 1 minus 2h by r। g dash equal to g into 1 minus 2 h by r। ਠੀਕ ਹੈ ਜੀ, ਆਪਾਂ ਉਹ ਫਾਰਮੂਲਾ ਲਾਵਾਂਗੇ। ਉਹਨਾਂ ਕੀ ਕੈਲਕੂਲੇਟ ਕਰਾਂਗਾ? G dash g dash ਆ ਜੂ। ਮੈਨੂੰ ਕੁਐਸਚਨ ਚ ਉਹਨੇ ਕੀ ਲੱਭਣ ਨੂੰ ਕਿਹਾ? percentage decrease in weight। ਉਹ ਕਿੱਦਾਂ ਕੱਢਾਂਗੇ ਫਿਰ? ਆਪਾਂ ਤਾਂ g dash ਲੱਭਿਆ, ਉਹਨੂੰ ਕਿੱਦਾਂ ਅੱਗੇ ਯੂਜ਼ ਕਰਾਂਗੇ mg dash ਪਰਸੈਂਟੇਜ ਚੇਂਜ ਆਵੇ? ਐਕਸਕਿਊਜ਼ ਮੀ ਸਰ। w ਹਾਂਜੀ w dash is equals to। ਸਰ ਮੈਂ ਬੋਲ ਸਕਦਾ? ਹਾਂ ਹਾਂ ਮਨਿੰਦਰ ਬੋਲ ਬੱਚੇ। ਸਰ g dash equals to g 1 minus 2h by r ਦਾ ਫਾਰਮੂਲਾ ਲਾ ਕੇ ਆਪਾਂ ਚੇਂਜ ਇਨ g ਕੱਢ ਲਾਂਗੇ।
ਉਹਨਾਂ ਜੀ ਡੈਸ਼ परसेंटेज चेंज इन जी कर लेने ਓਏ ਨਲੈਕੋ ਬਿਲਕੁਲ ਦਾ ਆ ਧਿਆਨ ਦਿਓ ਆ ਕਾਹਦਾ ਫਾਰਮੂਲਾ ਲਿਖਿਆ ਮੈਂ चेंज इन जी परसेंटेज चेंज इन जी ਪਰਸੈਂਟੇਜ ਚੇਂਜ ਇਨ ਜੀ ਇੱਕ ਚੀਜ਼ ਦਿਮਾਗ 'ਚ ਲੈ ਕੇ ਆਓ ਤੁਹਾਨੂੰ ਦੱਸੀ ਸੀ ਪਰਸੈਂਟੇਜ ਚੇਂਜ ਇਨ ਜੀ ਜਾਂ ਪਰਸੈਂਟੇਜ ਚੇਂਜ ਇਨ weight ਦੋਨੋਂ ਇੱਕੋ ਹੀ ਚੀਜ਼ਾਂ ਨੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਮੈਂ ਫਿਰ ਰਿਪੀਟ ਕਰ ਰਿਹਾ ਆਪਾਂ ਜੇ ਪਰਸੈਂਟੇਜ ਚੇਂਜ ਲਿਖਣੀ ਆ ਪਰਸੈਂਟੇਜ ਚੇਂਜ ਇਨ ਜੀ ਲਿਖਣੀ ਆ ਤੇ ਪੁੱਤ ਜੀ ਦੀ ਪਰਸੈਂਟੇਜ ਚੇਂਜ ਦਾ ਮਤਲਬ ਕੀ ਹੈ ਚੇਂਜ ਇਨ ਜੀ ਓਵਰ ओरिजिनल ਜੀ ਇਨਟੂ 100% यानी परसेंटेज चेंज का की फार्मूला होया g माइनस g डैश माइनस g ता नहीं लिख रहे क्योंकि g की वैल्यू मेरे को 9.8 या 10 होएगी हाइट पे जाके g की वैल्यू घटनी है इसलिए बड़े चो छोटी टर्म माइनस कराना पिया ठीक है चेंज इन वैल्यू ऑफ g ओवर ओरिजिनल g इनटू 100% इस सारी चीज नु ਅਸੀਂ परसेंटेज चेंज इन g कहने हैं मैंने ने क्वेश्चन किया परसेंटेज चेंज इन वेट कढो ਤੇ ਜੇ ਮੈਂ weight ਦੀ ਪਰਸੈਂਟੇਜ ਚੇਂਜ ਬਣਾਉਣੀ ਹੈ ਜਿੱਥੇ ਮੈਂ ਪਰਸੈਂਟੇਜ ਚੇਂਜ ਇਨ ਜੀ ਕਿਹਾ weight mg ਨੂੰ ਕਹੀਦਾ Yes, sir. ਇਹਦਾ ਮਤਲਬ ਇਸ ਸਾਰੀ ਟਰਮ ਤੇ ਮੈਂ m ਲਗਾ ਵੀ ਦਵਾਂ ਕਿਤੇ m ਲਗਾ ਦੋ ਹੁਣ ਮੈਂ ਇਸ ਫਾਰਮੂਲੇ ਨੂੰ ਪੜਨਾ ਕੀ ਆਇਆ ਆ ਮੇਰਾ weight ਔਨ ਅਰਥ ਸਰਫੇਸ ਆ ਗਿਆ ਆ ਮੇਰਾ weight ਐਟ ਹਾਈਟ ਆ ਗਿਆ ਆ ਮੇਰਾ ਚੇਂਜ ਇਨ weight ਓਵਰ ओरिजिनल weight ਇਨਟੂ 100% ਬਣਿਆ ਇਹ ਪਰਸੈਂਟੇਜ ਚੇਂਜ ਇਨ weight ਬਣਿਆ लगी आ जो लिखा है ये मेरा परसेंटेज चेंज इन वेट बनता पिया यस सर ते जे आ टर्म मेरी परसेंटेज चेंज हां जी आ मेरी टर्म परसेंटेज चेंज इन वेट दे बराबर आ रही है यस सर ते जे मैं जो m ऊपरों और नीचों कट दवा ते अल्टीमेट जेडी परसेंटेज चेंज इन जी हुंदी ओही परसेंटेज चेंज इन वेट होएगी यस सर यस सर चेंज इन वेट दा मेरे को यानी परसेंटेज चेंज इन जी दा फार्मूला हाइट ते डेप्थ दोनों दी फॉर्म च हैगा वा अपना क्वेश्चन हाइट वाला वा यानी आ फार्मूला अपना सीधा सीधा लग जाना वा जे मैं जी डैश वाला लाना गल फिर समझो ध्यान नाल जे मैं जी डैश वाला फार्मूला लाना जी डैश इक्वल टू जी इनटू 1 - 2h/r वाला ते ਇਹਦੇ ਨਾਲ मैं जी डैश ਲੱਭ ਲਾਂਗਾ जी डैश ਲੱਭ ਕੇ ਮੈਂ ਉਹ ਤੋਂ mg डैश ਲੱਭ ਲਵਾਂਗਾ यानी आ mg डैश ਲੱਭ ਲਾਂਗਾ mg ਨੂੰ ਮੈਂ mg ਰਹਿਣ ਦਾਂਗਾ mg डैश मैं ਲੱਭ ਲਿਆ ਮੁੜ ਕੇ ਇਸ ਫਾਰਮੂਲੇ ਚ ਭਰ ਕੇ ਫਿਰ ਮੈਂ ਵੈਲਿਊ ਬਣਾਉਂ ਸਾਰੀ ਕੈਲਕੂਲੇਸ਼ਨ ਕਰਕੇ ਵੈਲਿਊ ਫਿਰ ਆਹੀ ਬਚਣੀ ਹੈ 2h/r ਇਸ ਲਈ ਬਾਰ-ਬਾਰ ਕਹਿ ਰਿਹਾ ਲਾਈਨ ਦਿਮਾਗ ਚ ਰੱਖੋ परसेंटेज चेंज इन जी ਕੱਢਣਾ ਜਾਂ परसेंटेज चेंज इन weight ਕੱਢਣਾ ਹਾਈਟ ਚ ਜਾਂ ਡੈਪਥ ਵਿੱਚ ਦੋਨਾਂ ਦਾ ਮਤਲਬ ਇੱਕੋ ਹੀ ਹੈ ਤੁਸੀਂ g ਦੀ परसेंटेज चेंज ਕੱਢ ਦੋ ਉਹੀ ਤੁਹਾਡੀ परसेंटेज चेंज इन weight ਬਣ ਜਾਣੀ ਹੈ ਕੀ ਗੱਲ ਸਮਝ ਆਈ यस सर Yes, sir. ਇਹ ਸਾਰੇ ਚੀਜ਼ ਦੀ ਵੈਲਿਊ ਸਾਡੇ ਕੁਐਸਚਨ ਦੇ ਅਕੋਰਡਿੰਗਲੀ 2h/r 100% ਆ ਆਪਣੀ ਵੈਲਿਊ ਚਾਹੀਦੀ और ਇਹਨੂੰ ਸੋਲਵ ਕਰਨ ਨੂੰ ਸਿਰਫ ਹਾਈਟ ਚਾਹੀਦੀ ਹੈ ਕਿ ਕਿੰਨੀ ਹਾਈਟ ਤੇ weight ਦੀ ਚੇਂਜ ਕੱਢਣੀ ਹੈ ਕੁਐਸਚਨ ਦੇ ਵਿੱਚ ਉਹਨੇ ਆਪਣੇ ਕੋਲ ਕੀ ਕਿਹਾ ਹੋਇਆ h ਆਪਣੇ ਕੋਲ 16 ਕਿਲੋਮੀਟਰ ਆ ਇਹਦਾ ਮਤਲਬ ਇੱਥੇ ਸਿਰਫ ਉਹਦੀ ਵੈਲਿਊ ਪੁੱਟ ਅਪ ਕਰ ਦਿਓ देयरफॉर ਆਪਣੇ ਕੋਲ ਕੀ ਆ ਗਿਆ ਜੀ mg mg dash over mg into 100% ਇਸ ਸਾਰੇ ਦੀ ਵੈਲਿਊ ਆਪਣੀ ਸੋਲਵ ਕਰਕੇ ਜਿਹੜੀ ਬਣ ਗਈ ਉਹ ਆ ਗਈ ਜੀ 2 into 16 over किलोमीटर ਤੇ ਮੀਟਰ ਬਣਾਉਣ ਦੀ ਲੋੜ ਨਹੀਂ ਹੋਏਗੀ ਕਿਉਂਕਿ ਇੱਥੇ ਔਰ ਇੱਥੇ ਯੂਨਿਟ ਸੇਮ ਹੀ ਹੈਗੇ ਆ ਓਵਰ ਆ ਗਿਆ 6400 ਇਹਨੂੰ ਪੁੱਤ ਸੋਲਵ ਕਰ ਲਓ ਠੀਕ ਹੈ ਇਨਟੂ 100% ਨਾਲ ਹੈਗਾ ਆਪਣਾ 100 ਆ ਐਡਜਸਟ ਹੋ ਗਿਆ ਆਪਣੇ ਕੋਲ ਇੱਥੇ ਵੈਲਿਊ ਜੇ ਲੈ ਲਓ ਤੇ ਕਿੰਨੀ ਆ ਗਈ 16 4 ਦਾ 2 1 ਦਾ ਤੇ ਆ ਵਾਲਾ ਇਹ ਮਤਲਬ ਆਪਣੇ ਕੋਲ ਐਸਾ ਚ ਕਹਿੰਦਾ ਜੀ ਹਾਫ ਦੀ ਵੈਲਿਊ ਆਈ ਹੈ ਠੀਕ ਹੈ ਯਾਨੀ 0.5% ਆਪਣਾ ਜਿਹੜਾ ਵਾ 16 ਕਿਲੋਮੀਟਰ ਹਾਈਟ ਤੇ ਜਾ ਕੇ ਤੁਹਾਡੇ weight ਦੇ ਅੰਦਰ 0.5% ਦੀ ਚੇਂਜ ਆਏਗੀ ਕਲੀਅਰ ਆ यस सर ਇੰਨਾ ਸਮਝ ਲੱਗਿਆ ਜੀ यस सर